ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਨੀ ਹੈ ਪ੍ਰੇਮ ਪ੍ਰਕਾਸ਼ ਦੀ ਕਹਾਣੀ ਮਾੜਾ ਬੰਦਾ। ਤਾਂ ਇਹਨਾਂ ਦਾ ਜਨਮ 1932 ਈਸਵੀ ਦੇ ਵਿੱਚ ਹੋਇਆ। ਤਾਂ ਪ੍ਰੇਮ ਪ੍ਰਕਾਸ਼ ਨੇ ਜਿਹੜੇ ਉਹ ਮੁੱਖ ਤੌਰ 'ਤੇ ਕਹਾਣੀਕਾਰ ਦੇ ਤੌਰ 'ਤੇ ਹੀ ਜਾਣੇ ਜਾਂਦੇ ਨੇ। ਤਾਂ ਇਹਨਾਂ ਦੀ ਕਹਾਣੀਆਂ ਸੰਗ੍ਰਹਿ ਨੇ ਕਚਕੜੇ, ਨਵਾਜੀ, ਸਤੰਬਰ ਨੇ ਕਿਹਾ ਸੀ ਕੁਝ ਅਣਕਿਹਾ ਵੀ, ਰੰਗ ਮੰਚ ਦੇ ਭਿਕਸ਼ੂ। ਤਾਂ ਇਹਨਾਂ ਦੀ ਕਹਾਣੀ ਕੁਝ ਅਣਕਿਹਾ ਵੀ ਨੂੰ ਰਾਸ਼ਟਰੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੈ। ਤਾਂ ਆਪਣੇ ਸਿਲੇਬਸ ਦੇ ਵਿੱਚ ਇਹਨਾਂ ਦੀ ਜਿਹੜੀ ਕਹਾਣੀ ਮਾੜਾ ਬੰਦਾ ਸ਼ਾਮਲ ਕੀਤੀ ਗਈ ਹੈ। ਤਾਂ ਉਸ ਕਹਾਣੀ ਦੇ ਵਿੱਚ ਮੱਧ ਵਰਗੀ ਮਾਨਸਿਕਤਾ ਨੂੰ ਉਘਾੜ ਕੇ ਪੇਸ਼ ਕੀਤਾ ਹੈ ਕਿ ਮੱਧ ਵਰਗੀ ਪਤੀ ਪਤਨੀ ਦਾ ਇੱਕ ਰਿਕਸ਼ਾ ਚਾਲਕ ਦੇ ਨਾਲ ਕੁਝ ਵੱਧ ਪੈਸੇ ਮੰਗਣ 'ਤੇ ਉਸ ਦੇ ਨਾਲ ਖਹਿਬੜਨਾ ਅਤੇ ਰਿਕਸ਼ੇ ਵਾਲੇ ਵੱਲੋਂ ਉਹਨਾਂ ਦੇ ਦਿੱਤੇ ਪੈਸੇ ਵਗਾਉਣ ਉਪਰੰਤ ਕਾਫੀ ਚਿਰ ਬਾਹਰ ਖੜ੍ਹੇ ਰਹਿਣਾ ਅਤੇ ਪਤੀ ਪਤਨੀ ਨੂੰ ਪਰੇਸ਼ਾਨ ਅਤੇ ਬੇਚੈਨ ਕਰ ਦਿੰਦਾ ਹੈ ਅਤੇ ਉਹ ਆਪਣਾ ਕੰਮ ਹੈ ਜਿਹੜਾ ਉਹ ਇਕਾਗਰਚਿੱਤ ਹੋ ਕੇ ਨਹੀਂ ਕਰ ਸਕਦੇ, ਸਗੋਂ ਆਪਣਾ ਧਿਆਨ ਹੈ ਜਿਹੜੇ ਉਹ ਰਿਕਸ਼ਾ ਚਾਲਕ ਦੇ ਵਿੱਚ ਹੀ ਰੱਖਦੇ ਨੇ। ਤਾਂ ਮੱਧ ਵਰਗ ਦੀ ਪਤਨੀ ਇੱਕ ਆਮ ਮਾੜੇ ਰਿਕਸ਼ਾ ਚਾਲਕ ਤੋਂ ਭੈਭੀਤ ਹੋ ਜਾਂਦੀ ਹੈ, ਜਦ ਕਿ ਬਾਹਰ ਖੜ੍ਹਾ ਰਿਕਸ਼ਾ ਚਾਲਕ ਉਸ ਨੂੰ ਤਾਕਤਵਰ ਜਾਪਣ ਲੱਗਦਾ ਹੈ। ਤਾਂ ਕੁਝ ਸਮਾਂ ਬਾਹਰ ਖੜ੍ਹੇ ਰਹਿਣ ਤੋਂ ਬਾਅਦ ਜਦੋਂ ਰਿਕਸ਼ਾ ਚਾਲਕ ਚਲਾ ਜਾਂਦਾ ਹੈ ਤਾਂ ਉਹਨਾਂ ਨੂੰ ਸੁੱਖ ਦਾ ਸਾਹ ਆਉਂਦਾ ਹੈ। ਤਾਂ ਇਸ ਦੋਸ਼ ਦੀ ਭਾਵਨਾ ਤੋਂ ਛੁਟਕਾਰਾ ਪਾਉਣ ਲਈ ਕਿ ਅਸੀਂ ਉਸ ਨੂੰ ਬਣਦੇ ਪੈਸੇ ਉਸ 'ਤੇ ਨਹੀਂ ਦੇ ਸਕੇ, ਤਾਂ ਉਹ ਆਪਣੇ ਆਪ ਨੂੰ ਉਸ ਜਿਹੜਾ ਸਕੂਨ ਹੈ ਉਹ ਮਹਿਸੂਸ ਕਰਦੇ ਨੇ ਕਿ ਅਸੀਂ 3 ਰੁਪਏ ਪਿੰਗਲਵਾੜੇ ਨੂੰ ਦੇ ਦਿਆਂਗੇ ਤਾਂ ਜੋ ਉਹਨਾਂ ਨੂੰ ਮਾੜੇ ਬੰਦੇ ਨਾ ਸਮਝਿਆ ਜਾਵੇ। ਤਾਂ ਆਪਾਂ ਇਸ ਕਹਾਣੀ ਦੇ ਵਿੱਚ ਪੜ੍ਹਾਂਗੇ ਕਿ ਅਸਲ ਦੇ ਵਿੱਚ ਮਾੜਾ ਬੰਦਾ ਹੈ ਕੌਣ ਸੀ। ਉਹ ਮੱਧ ਵਰਗੀ ਪਤੀ ਪਤਨੀ ਸੀ ਜਾਂ ਉਹ ਰਿਕਸ਼ਾ ਚਾਲਕ ਸੀ। ਤਾਂ ਕਹਾਣੀ ਹੈ ਮਾੜਾ ਬੰਦਾ। ਉਹ ਉੱਥੇ ਹੀ ਖੜ੍ਹਾ ਸੀ। ਮੇਰੀ ਪਤਨੀ ਨੇ ਮੈਥੋਂ ਚੋਰੀ ਚੋਰੀ ਰਸੋਈ 'ਚੋਂ ਨਿਕਲ ਕੇ ਉਸਨੂੰ 2 ਵਾਰ ਦੇਖਿਆ। ਫਿਰ ਉਹ ਬੂਹੇ 'ਚ ਖਲੋ ਕੇ ਮੇਰੇ ਵੱਲ ਵੇਖਣ ਲੱਗੀ। ਮੈਂ ਖਿਝੀ ਨਜ਼ਰ ਨਾਲ ਉਹਨੂੰ ਵੇਖਿਆ ਤਾਂ ਉਹ ਰਸੋਈ 'ਚ ਵੜ ਕੇ ਚਾਹ ਬਣਾਉਣ ਲੱਗ ਪਈ। ਤਾਂ ਇਸ ਕਹਾਣੀ ਦੇ ਵਿੱਚ ਕਥਾਵਾਚਕ ਹੈ ਜਿਹੜਾ ਉਹ ਇੱਕ ਚਿੱਠੀ ਲਿਖ ਰਿਹਾ ਹੈ। ਤਾਂ ਉਹ ਚਿੱਠੀ ਦੇ ਵਿੱਚ ਜੰਗਲਾਤ ਦੇ ਅਫਸਰ ਆਪਣੇ ਭੂਆ ਦੇ ਪੁੱਤਰ ਭਰਾ ਨੂੰ ਫਰਨੀਚਰ ਬਣਾ ਕੇ ਭੇਜਣ ਲਈ ਲਿਖਣਾ ਸੀ। ਸਾਈਜ਼ ਅਤੇ ਡਿਜ਼ਾਈਨ ਲਿਖਣ ਵੇਲੇ ਗੱਲ ਉਲਝ ਗਈ। ਤਾਂ ਜਰਾ ਕੁ ਸੁਲਝਣ ਲੱਗੀ ਤਾਂ ਪਤਨੀ ਨੇ ਆ ਕੇ ਹੌਲੀ ਦੇਣਾ ਕਿਹਾ, ਹੈ ਜੀ। ਉਹ ਉੱਥੇ ਹੀ ਖਲੋਤੇ ਨੇ ਤਾਂ ਕਰਕੇ ਉਸਦਾ ਧਿਆਨ ਹੈ ਜਿਹੜਾ ਉਹ ਭੰਗ ਹੋ ਜਾਂਦਾ ਹੈ। ਤਾਂ ਅਸਲ ਦੇ ਵਿੱਚ ਕਹਾਣੀ ਕੀ ਹੈ? ਕਥਾਵਾਚਕ ਦੀ ਜਿਹੜੀ ਪਤਨੀ ਹੈ ਉਹ ਬਾਹਰ ਕਿਤੇ ਜਾਂਦੀ ਹੈ ਤਾਂ ਉਹ ਰਿਕਸ਼ਾ ਚਾਲਕ ਦੇ ਨਾਲ 2 ਰੁਪਏ ਕਰਕੇ ਰਿਕਸ਼ੇ ਦੇ ਵਿੱਚ ਬੈਠਦੀ ਹੈ। ਪਰ ਜਦੋਂ ਰਿਕਸ਼ਾ ਚਾਲਕ ਉਸ ਨੂੰ ਆ ਕੇ ਉਸ ਦੇ ਕੋਠੀ ਅੱਗੇ ਉਤਾਰਦਾ ਹੈ ਤਾਂ ਰਿਕਸ਼ਾ ਚਾਲਕ ਨੂੰ ਲੱਗਦਾ ਹੈ ਕਿ ਉਸਨੇ 2 ਰੁਪਏ ਬਹੁਤ ਘੱਟ ਮੰਗੇ ਨੇ। ਤਾਂ ਉਹ ਉਸ ਤੋਂ 2.5 ਰੁਪਏ ਦੀ ਜਿਹੜੀ ਮੰਗ ਹੈ ਉਹ ਕਰਦਾ ਹੈ। ਤਾਂ ਜਦੋਂ ਰਿਕਸ਼ਾ ਉਸ ਕਥਾਵਾਚਕ ਦੀ ਪਤਨੀ ਦੇ ਕਹਿਣ 'ਤੇ ਕਿ ਉਸਨੇ ਪਹਿਲਾਂ ਹੀ ਤੁਸੀਂ ਇੱਦਾਂ ਹੀ ਕਰਦੇ ਹੋ ਕਿ ਪਹਿਲਾਂ ਘੱਟ ਪੈਸੇ ਮੰਗਦੇ ਹੋ, ਜਦੋਂ ਸਵਾਰੀ ਬੈਠ ਜਾਂਦੀ ਫਿਰ ਜ਼ਿਆਦਾ ਪੈਸੇ ਮੰਗਣ ਲੱਗ ਜਾਂਦੇ ਹੋ। ਤਾਂ ਅਖੀਰ ਦੇ ਵਿੱਚ ਆ ਕੇ ਉਹ ਕਥਾਵਾਚਕ ਦੀ ਪਤਨੀ ਦੁਆਰਾ ਦਿੱਤੇ ਪੈਸੇ ਨੇ ਜਿਹੜੇ ਉਹ ਵੀ ਵਗਾ ਕੇ ਮਾਰਦਾ ਹੈ, ਜਿਸ ਦੇ ਨਾਲ ਜਿਹੜੀ ਉਹ ਉਸ ਦੀ ਪਤਨੀ ਉਹ ਖਿਝ ਜਾਂਦੀ ਹੈ। ਦੇਖਣ ਨੂੰ ਉਹ ਬਹੁਤ ਹੀ ਦਿਆਲੂ ਔਰਤ ਹੈ, ਧਰਮੀ ਹੈ। ਉਹ ਮੰਗਤਿਆਂ ਨੂੰ ਕਦੇ ਵੀ ਖਾਲੀ ਨਹੀਂ ਮੋੜਦੀ, ਆਮ ਦੇ ਦਿੰਦੀ ਹੈ, ਪਰ ਉਸ ਦੇ ਪੈਸੇ ਵਗਾ ਕੇ ਮਾਰਨ ਦੇ ਨਾਲ ਉਹ ਖਿਝ ਜਾਂਦੀ ਹੈ। ਤਾਂ ਉਹ ਕਿੰਨਾ ਟਾਈਮ ਰਿਕਸ਼ਾ ਚਾਲਕ ਉਹਨਾਂ ਦੇ ਗੇਟ ਅੱਗੇ ਹੀ ਖੜ੍ਹਿਆ ਰਹਿੰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਸੜਕ ਟੁੱਟੀ ਪਈ ਸੀ ਤਾਂ 3 ਰੁਪਏ ਦੇ ਦਿਓ 2.5 ਦੀ ਜਗ੍ਹਾ 'ਤੇ। ਤਾਂ ਇਸ ਤਰ੍ਹਾਂ ਉਹਨਾਂ ਦੇ ਵਿੱਚ ਕਾਫੀ ਜਿਹੜੀ ਲੜਾਈ ਹੈ ਉਹ ਹੁੰਦੀ ਹੈ। ਤਾਂ ਆਵਾਜ਼ ਸੁਣ ਕੇ ਮੈਂ ਬਾਹਰ ਨਿਕਲ ਆਇਆ ਅਤੇ ਉਹਨੇ ਮੇਰੇ ਸਾਹਮਣੇ ਮੇਰੀ ਪਤਨੀ ਦੇ ਫੜਾਏ 2 ਰੁਪਏ ਵਗਾ ਸੁੱਟੇ। ਜਦੋਂ ਮੈਂ ਉਹਨੂੰ ਕਮੀਨਾ ਕਹਿ ਕੇ ਮਾਰਨ ਲੱਗਾ ਤਾਂ ਗਰੀਬ ਹਾਂ ਨਾ ਮਾੜਾ ਬੰਦਾ ਹਾਂ ਆਖਦਾ ਭੈੜੀਆਂ ਜਿਹੀਆਂ ਨਜ਼ਰਾਂ ਨਾਲ ਵੇਖਦਾ ਰਿਕਸ਼ਾ ਲੈ ਕੇ ਤੁਰ ਪਿਆ। ਮੈਨੂੰ ਪਤਾ ਸੀ ਵੀ ਉਹ 1 ਰੁਪਈਆ ਵੱਧ ਮੰਗ ਕੇ 50 ਪੈਸੇ ਵੱਧ ਲੈਣੇ ਚਾਹੁੰਦਾ ਸੀ, ਪਰ ਇਹ ਕੋਈ ਤਰੀਕਾ ਸੀ? ਉਹ ਮਿੰਨਤ ਨਾ ਸਹੀ ਨਿਮਰਤਾ ਨਾਲ ਕਹਿੰਦਾ, ਭਈ ਮੈਂ ਸਮਝਦਾ ਸੀ ਕੋਠੀ ਨੇੜੇ ਹੋਵੇਗੀ, ਪਰ ਬੀਬੀ ਜੀ ਇਹ ਦੂਰ ਨਿਕਲੇ, ਮੈਨੂੰ 50 ਪੈਸੇ ਹੋਰ ਦੇ ਦਿਓ। ਤਾਂ ਵੀ ਉਸ ਦਾ ਇਹ ਪੈਸੇ ਵਗਾ ਕੇ ਮਾਰਨਾ ਵੀ ਵਧੀਆ ਨਹੀਂ ਲੱਗਿਆ ਮੈਨੂੰ, ਕਥਾਵਾਚਕ ਕਹਿ ਰਿਹਾ। ਤਾਂ ਇਸ ਤਰ੍ਹਾਂ ਕਥਾਵਾਚਕ ਅਤੇ ਉਸ ਦੀ ਪਤਨੀ ਨੇ ਜਿਹੜੇ ਉਹ ਚਿੰਤਤ ਨੇ ਕਿ ਉਹ ਉਹਨਾਂ ਦੇ ਗੇਟ ਦੇ ਵਿੱਚ ਹੀ ਹਜੇ ਤੱਕ ਖੜ੍ਹਾ ਹੈ, ਨਹੀਂ ਗਿਆ। ਤਾਂ ਇੱਕ ਵਾਰ ਤਾਂ ਉਸ ਦੀ ਪਤਨੀ ਸੋਚਦੀ ਹੈ
ਆਪਦੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਸਿਗਰਟਾਂ ਵੀ ਪੀ ਲੈਂਦੇ ਹੋ, 3 ਰੁਪਏ ਦੀ ਕੀ ਗੱਲ ਹੈ ਕਿ ਆਪਾਂ ਉਸ ਨੂੰ ਦੇ ਦਿੰਦੇ ਹਾਂ। ਪਰ ਅਸਲ ਦੇ ਵਿੱਚ ਉਹਨਾਂ ਨੂੰ ਗੁੱਸਾ ਇਹ ਹੈ ਕਿ ਉਸਨੇ ਉਸ ਦੁਆਰਾ ਦਿੱਤੇ ਜਿਹੜੇ 2 ਰੁਪਏ ਨੇ ਉਹ ਵਗਾ ਕੇ ਮਾਰੇ ਨੇ। ਤਾਂ ਇਸ ਤਰ੍ਹਾਂ ਕਥਾਵਾਚਕ ਹੈ ਜਿਹੜਾ ਉਹ ਇੱਕ ਵਾਰੀ ਇਹ ਵੀ ਸੋਚ ਲੈਂਦਾ ਹੈ ਕਿ ਜੇ ਮੈਂ ਇਸ ਦੀ ਫੋਟੋ ਖਿੱਚ ਕੇ ਕਿਤੇ ਪਾ ਦੇਵਾਂ ਕਿ ਇਸ ਨੇ ਮੇਰੀ ਪਤਨੀ ਨੂੰ ਠੱਗਿਆ ਹੈ, ਉਸ ਦੀਆਂ ਟੂਮਾਂ ਵਗੈਰਾ ਲਾਈਆਂ ਨੇ, ਤਾਂ ਕਹਿੰਦੇ ਵੀ ਹਾਂ ਵੀ ਹਰ ਇੱਕ ਬੰਦਾ ਇਸ ਗੱਲ 'ਤੇ ਯਕੀਨ ਮੰਨ ਲਵੇਗਾ ਕਿ ਹਾਂ ਇਹ ਮਤਲਬ ਕਿ ਪਾਟੇ ਕੱਪੜਿਆਂ ਵਾਲਾ ਮਤਲਬ ਕਿ ਹਾਂ ਵੀ ਚੋਰ ਜਾਂ ਠੱਗ ਹੋ ਸਕਦਾ ਹੈ। ਪਰ ਕਹਿੰਦੇ ਵੀ ਮੈਂ ਅਜਿਹਾ ਨਹੀਂ ਕਰਦਾ। ਤਾਂ ਇਸ ਤਰ੍ਹਾਂ ਕਥਾਵਾਚਕ ਹੈ ਜਿਹੜਾ ਉਹ ਰਿਕਸ਼ਾ ਚਾਲਕ ਬਾਰੇ ਬਹੁਤ ਕੁਝ ਸੋਚ ਰਿਹਾ ਹੈ। ਤਾਂ ਰਿਕਸ਼ਾ ਚਾਲਕ ਵਾਲੇ ਨੂੰ ਇੱਕ ਸਵਾਰੀ ਆ ਕੇ ਉਸ ਨੂੰ ਕਿਤੇ ਲਿਜਾਣ ਲਈ ਕਹਿੰਦੀ ਵੀ ਹੈ, ਪਰ ਉਹ ਉੱਥੇ ਵੀ ਨਹੀਂ ਜਾਂਦਾ ਕਿਉਂਕਿ ਉਸ ਨੂੰ ਹਜੇ ਵੀ ਇਹ ਹੈ ਕਿ ਉੱਥੋਂ ਉਹ 3 ਰੁਪਏ ਲੈ ਕੇ ਹੀ ਜਾਵੇਗਾ। ਤਾਂ ਇੱਕ ਵਾਰ ਇੱਕ ਹੋਰ ਰਿਕਸ਼ਾ ਚਾਲਕ ਆ ਕੇ ਉੱਥੇ ਗੱਲਾਂ ਕਰਦੇ ਨੇ। ਤਾਂ ਕਥਾਵਾਚਕ ਦੇ ਉਸਦੀ ਪਤਨੀ ਨੂੰ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਏਕਾ ਹੁੰਦਾ ਹੈ, ਇਹ ਆ ਕੇ ਹੁਣ ਸ਼ਾਇਦ ਵੀ ਲੜਨਗੇ ਸਾਰੇ ਇਕੱਠੇ ਹੋ ਕੇ। ਤਾਂ ਇਸ ਤਰ੍ਹਾਂ ਉਹ ਕਿੰਨਾ ਹੀ ਚਿਰ ਉਹਨਾਂ ਨੂੰ ਚਿੰਤਤ ਕਰਦਾ ਰਹਿੰਦਾ, ਕਿੰਨਾ ਚਿਰ ਉਹਨਾਂ ਦੇ ਗੇਟ ਅੱਗੇ ਖੜ੍ਹਾ ਰਹਿੰਦਾ। ਤਾਂ ਕਥਾਵਾਚਕ ਦੀ ਪਤਨੀ ਵਾਰ-ਵਾਰ ਗੇਟ ਵੱਲ ਦੇਖ ਰਹੀ ਹੈ। ਤਾਂ ਪਤਨੀ ਮੁੜ ਕੇ ਆ ਕੇ ਬੂਹੇ 'ਚ ਖਲੋ ਗਈ, ਹੌਲੀ ਦੇਣੀ ਕਹਿੰਦੀ ਰਿਕਸ਼ੇ ਵਾਲੇ ਨੂੰ ਚੰਗਾ ਹੁੰਦਾ 1 ਕੱਪ ਚਾਹ ਪਿਆ ਦਿੰਦੀ, ਕਿਉਂਕਿ ਹੁਣ ਵੀ ਤਾਂ ਉਸਨੇ ਡੋਲਣੀ ਹੀ ਹੈ, ਫਿਰ ਕੀ ਹੈ ਜੋ ਉਸਨੂੰ ਚਾਹ ਪਿਲਾ ਦਿੰਦੀ। ਪਰ ਅਸਲ ਦੇ ਵਿੱਚ ਗੱਲ ਕੀ ਹੈ ਕਿ ਉਹ ਸਮਝੌਤੇ ਦਾ ਰਾਹ ਲੱਭ ਰਹੀ ਸੀ। ਲੱਗਦਾ ਸੀ ਉਹ ਹਾਰ ਗਈ ਹੈ। ਜੇ ਉਹ ਰਿਕਸ਼ੇ ਵਾਲਾ ਮੁੜ ਕੇ ਆ ਜਾਵੇ ਅਤੇ ਮੈਂ ਇੱਥੋਂ ਚਲਾ ਜਾਵਾਂ ਤਾਂ ਉਹਨੂੰ ਚੁੱਪ ਕਰਕੇ 3 ਰੁਪਏ ਹੀ ਦੇ ਦੇਵੇਗੀ। ਤਾਂ ਕਥਾਵਾਚਕ ਇਹ ਗੱਲ ਸੋਚ ਰਿਹਾ ਕਿ ਜੇ ਮੈਂ ਇੱਥੋਂ ਚਲਾ ਗਿਆ ਤਾਂ ਮੇਰੀ ਪਤਨੀ ਉਸ ਨੂੰ 3 ਰੁਪਏ ਦੇ ਦੇਵੇਗੀ। ਕਿਉਂ ਜੀ, ਉਹ ਕਹਿਣ ਲੱਗੇ ਜੇ ਰਾਤ ਹੋਵੇ, ਮੀਂਹ ਵਸਦਾ ਹੋਵੇ ਤਾਂ 3 ਰੁਪਏ ਹੀ ਲੈਂਦੇ ਨੇ ਰਿਕਸ਼ੇ ਵਾਲੇ। ਤਾਂ ਕਥਾਵਾਚਕ ਹੈ ਜਿਹੜਾ ਉਹ ਕਹਿ ਰਿਹਾ ਕਿ ਹੁਣ ਮੀਂਹ ਵਸਦਾ ਹੈ। ਮੇਰੇ ਮੂੰਹ ਇਹ ਗੱਲ ਸਖਤੀ ਨਾਲ ਨਿਕਲ ਗਈ, ਇਸ ਦਾ ਅਹਿਸਾਸ ਮੈਨੂੰ ਵੀ ਸ਼ਿੱਦਤ ਨਾਲ ਹੋਇਆ। ਉਹ ਉੱਠ ਕੇ ਦੂਜੇ ਕਮਰੇ ਚਲੇ ਗਈ। ਤਾਂ ਮੈਂ ਚਿੱਠੀ 'ਤੇ 2-3 ਸਤਰਾਂ ਝਰੀਟੀਆਂ ਦੇ ਪੂਰੀ ਕਰ ਦਿੱਤੀ। ਪੂਰੀ ਕੀ ਕਰ ਥੱਕ ਹਾਰ ਕੇ ਲਿਖਤਾ, ਹੋਰ ਗੱਲਾਂ ਮੈਂ ਅਗਲੀ ਚਿੱਠੀ 'ਚ ਲਿਖਾਂਗਾ। ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲੱਗੇ ਅਤੇ ਲੱਕੜ ਬਾਰੇ ਮਿਸਤਰੀ ਨੇ ਜਿਹੜੀ ਗੱਲ ਮੈਨੂੰ ਦੱਸੀ ਸੀ ਉਹ ਭੁੱਲ ਗਈ। ਵਿਚਕਾਰ ਹਰਾਮਜ਼ਾਦਾ ਉਹ ਆ ਗਿਆ ਸੀ ਜਿਹੜਾ ਚੌਂਕ 'ਚ ਖਲੋਤਾ ਸੀ, ਸ਼ਾਇਦ ਹਾਲੇ ਵੀ ਉਂਝ ਖਲੋਤਾ ਹੋਵੇ ਰਿਕਸ਼ੇ ਦੀ ਕਾਠੀ 'ਤੇ ਕੂਹਣੀ ਟਕਿਆ ਕੇ। ਤਾਂ ਮੈਨੂੰ ਪਤਨੀ ਦੀ ਇਹ ਸਾਜ਼ 'ਤੇ ਖਿਝ ਆ ਗਈ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਤੋਂ ਵੱਧ ਪੈਸੇ ਦੇ ਕੇ ਖਲਾਸੀ ਕਰ ਲਈ ਜਾਵੇ। ਤਾਂ ਉਹ ਸੋਚ ਰਹੇ ਵੀ ਕਿਉਂ ਆਪਾਂ ਕਿਸੇ ਨੂੰ ਵੱਧ ਪੈਸੇ ਦਈਏ ਅਤੇ ਅੱਡੇ 'ਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ ਕਿ 25 ਪੈਸੇ ਦਾ ਪਾਨ ਖਾ ਕੇ ਥੁੱਕ ਦਿੰਦੇ ਹੋ, ਇਸ ਗਰੀਬ ਦੀ ਤਲੀ 'ਤੇ ਥੁੱਕਦੇ ਹੋ। ਇਸ ਮਾਮਲੇ 'ਚ ਮੈਂ ਉਹਦੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਦਲੀਲ ਨਾਲੋਂ ਵੱਧ ਭਾਵਨਾ ਦੀ ਹੈ। ਉਹ ਪੁੰਨ ਸਮਝ ਕੇ ਸੁਖੀ ਹੋ ਜਾਂਦੀ ਹੈ ਅਤੇ ਰਿਕਸ਼ੇ ਵਾਲਾ ਜਾਂ ਮੰਗਤਾ ਠੇਕੇ ਤੋਂ ਬੋਤਲ ਲੈ ਆਉਂਦਾ। ਭਾਵ ਕਥਾਵਾਚਕ ਨੇ ਇੱਥੇ ਆਪਣੀ ਪਤਨੀ ਦੀ ਧਰਮੀ ਹੋਣ ਦੀ, ਦਿਆਲਤਾ ਹੋਣ ਦੀ ਗੱਲ ਦੱਸੀ ਹੈ ਕਿ ਕਿਸ ਤਰ੍ਹਾਂ ਉਸਦਾ ਜਿਹੜਾ ਦਿਲ ਹੈ ਉਹ ਪਸੀਜ ਜਾਂਦਾ ਹੈ। ਤਾਂ ਉਹ ਤਾਂ ਚਾਹੁੰਦੀ ਹੈ ਕਿ ਰਿਕਸ਼ੇ ਵਾਲੇ ਨੂੰ 3 ਰੁਪਏ ਦੇ ਦਿੱਤੇ ਜਾਣ, ਪਰ ਕਥਾਵਾਚਕ ਦੇ ਕਾਰਨ ਉਸ ਨੂੰ 3 ਰੁਪਏ ਨਹੀਂ ਦੇ ਸਕਦੀ। ਤਾਂ ਮੇਰਾ ਦਿਲ ਕੀਤਾ ਉੱਠ ਕੇ ਰਿਕਸ਼ੇ ਵਾਲੇ ਕੋਲ ਜਾਵਾਂ ਅਤੇ ਪੁੱਛਾਂ, ਭਈ ਤੂੰ ਜਾਣਾ ਹੈ ਕਿ ਨਹੀਂ? ਭਲਾ ਮਾਨਸ ਬਣ ਕੇ ਪੈਸੇ ਲੈ ਕੇ ਟੁਰ ਜਾ, ਨਹੀਂ ਤਾਂ ਛੱਤਰ ਲਵਾ ਦਿਆਂਗਾ। ਪੁਲਿਸ ਨੂੰ ਫੋਨ ਕਰਕੇ ਕਹਿ ਦਿਆਂਗਾ ਕਿ ਬਦਮਾਸ਼ ਹੈ ਰਿਕਸ਼ੇ ਵਾਲਾ, ਮੈਨੂੰ ਧਮਕੀਆਂ ਦਿੰਦਾ ਹੈ, ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ। ਔਖਾ ਜਿਹਾ ਉੱਠ ਕੇ ਮੈਂ ਬਰਾਂਡੇ 'ਚ ਆਇਆ, ਗੁੱਸੇ ਨਾਲ ਵਿਹੜੇ 'ਚ ਗਿਆ, ਗੇਟ ਵੱਲ ਵਧਿਆ ਤਾਂ ਰਿਕਸ਼ੇ ਵਾਲਾ ਉੱਥੇ ਨਹੀਂ ਸੀ। ਮੈਂ ਪਿਛਾਂਹ ਮੁੜ ਕੇ ਪਤਨੀ ਨੂੰ ਆਵਾਜ਼ ਮਾਰੀ, ਉਹ ਕੋਈ ਧਰਮ ਪੋਥੀ ਪੜ੍ਹਦੀ ਬਾਹਰ ਨਿਕਲੀ। ਮੈਂ ਉਹਨੂੰ ਦੱਸਿਆ ਕਿ ਉਹ ਚਲਾ ਗਿਆ ਹੈ। ਤਾਂ ਕਹਿੰਦੇ ਉਹ ਝੱਟ ਪੋਥੀ ਰੱਖ ਕੇ ਬਾਹਰ ਬਰਾਂਡੇ 'ਚ ਆ ਗਈ। ਤਾਂ ਅਸੀਂ ਬੈਠ ਗਏ। ਤਾਂ ਕਹਿੰਦੇ ਉਸ ਦਾ ਚਿਹਰੇ 'ਤੇ ਦੁੱਖ ਦਾ ਜਿਹੜਾ ਪੋਚਾ ਫਿਰਿਆ ਹੋਇਆ ਸੀ ਉਹ ਧੁੱਪ ਗਿਆ ਸੀ। ਮੈਂ ਪੁੱਛਿਆ ਅੱਜ ਰਾਤੀ ਫਿਲਮ ਨਾ ਵੇਖ ਆਈਏ? ਤਾਂ ਉਹ ਕਹਿੰਦੀ ਹੁਣ ਆਪਾਂ ਇਹ 3 ਰੁਪਏ ਪਿੰਗਲਵਾੜੇ ਨੂੰ ਦੇ ਦਿਆਂਗੇ ਅਤੇ ਉਹ 50 ਪੈਸੇ ਜਿਹੜੇ ਤੈਂ ਵੱਧ ਦੇਣੇ ਸਨ ਉਹ ਅੱਡੇ ਵਾਲੀ ਮੰਗਤੇ ਦੀ ਤਲੀ 'ਤੇ ਧਰ ਦਿਆਂਗੇ। ਜਿਵੇਂ ਤੇਰੀ ਮਰਜ਼ੀ, ਤੂੰ ਮੁਖਤਿਆਰ ਹੈ। ਮੈਨੂੰ ਕੀ ਗੱਲ ਕਰਕੇ ਅਸੀਂ ਇੱਕ ਦੂਜੇ ਵੱਲ ਵੇਖਿਆ ਅਤੇ ਮੁਸਕਰਾ ਪਏ। ਤਾਂ ਅਸਲ ਦੇ ਵਿੱਚ ਗੱਲ ਕੀ ਹੈ, ਤਾਂ ਜਿਹੜੀ ਕਥਾਵਾਚਕ ਦੀ ਪਤਨੀ ਹੈ ਉਹ ਵਿੱਚੋਂ ਚਾਹੁੰਦੀ ਵੀ ਹੈ ਕਿ ਮੈਂ ਉਸ ਰਿਕਸ਼ੇ ਵਾਲੇ ਨੂੰ ਪੈਸੇ ਦੇ ਦੇਵਾਂ, ਪਰ ਕਥਾਵਾਚਕ ਦੇ ਡਰ ਕਾਰਨ ਉਹ ਨਹੀਂ ਦਿੰਦੀ। ਪਰ ਅੰਤ ਦੇ ਵਿੱਚ ਜਦੋਂ ਰਿਕਸ਼ਾ ਵਾਲਾ ਤੋਂ ਚਲਿਆ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਨੇ ਅਤੇ ਉਸ ਦੀ ਪਤਨੀ ਕਹਿ ਰਹੀ ਹੈ ਕਿ ਜਿਹੜੇ ਮੈਂ 3 ਰੁਪਏ ਉਸ ਨੂੰ ਦੇਣੇ ਸੀ ਮੈਂ ਉਸ ਪਿੰਗਲਵਾੜੇ ਦੇ ਵਿੱਚ ਦੇ ਦੇਵਾਂਗੀ ਤਾਂ ਕਿ ਇਸ ਦਾ ਪਾਪ ਹੈ ਜਿਹੜਾ ਉਹ ਨਾ ਹੋਵੇ। ਦੇਖੋ ਅਸਲ ਦੇ ਵਿੱਚ ਤਾਂ ਉਹ ਬੜੇ ਹੀ ਧਾਰਮਿਕ ਵਿਚਾਰਾਂ ਵਾਲੀ ਔਰਤ ਹੈ, ਪਰ ਅਸਲ
ਦੇ ਵਿੱਚ ਉਸ ਗਰੀਬ ਦੀ ਉਹ ਸਹਾਇਤਾ ਨਹੀਂ ਕਰ ਸਕੀ। ਉਸ ਗਰੀਬ ਰਿਕਸ਼ੇ ਵਾਲੇ ਦੀ ਵੀ ਮਜਬੂਰੀ ਸੀ ਕਿ ਉਸਨੇ ਉਸ ਤੋਂ 3 ਰੁਪਏ ਮੰਗੇ। ਤਾਂ ਅਸਲ ਦੇ ਵਿੱਚ ਕਹਾਣੀ ਕਿਸ ਚੀਜ਼ ਦੀ ਹੈ? ਮਾੜਾ ਬੰਦਾ ਕੌਣ ਹੋਇਆ? ਉਹ ਰਿਕਸ਼ੇ ਵਾਲਾ ਜਾਂ ਉਹ ਮੱਧ ਵਰਗੀ ਪਤੀ ਪਤਨੀ? ਤਾਂ ਆਪਾਂ ਨੂੰ ਇਸ ਕਹਾਣੀ ਦੇ ਵਿੱਚ ਪਤਾ ਲੱਗਦਾ ਕਿ ਉਹ ਗਰੀਬ ਸੀ, ਮਜਬੂਰ ਸੀ, ਉਹਨਾਂ ਤੋਂ 3 ਰੁਪਏ ਮੰਗ ਰਿਹਾ ਸੀ। ਸਿਰਫ ਉਸਦੀ ਗਲਤੀ ਇਹ ਸੀ ਕਿ ਉਸਨੇ ਗੁੱਸੇ 'ਚ ਆ ਕੇ ਉਹ 3 ਰੁਪਏ 2 ਰੁਪਏ ਵਗਾ ਮਾਰੇ। ਪਰ ਅਸਲ ਦੇ ਵਿੱਚ ਮਾੜੇ ਬੰਦੇ ਉਹ ਮੱਧ ਵਰਗੀ ਪਤੀ ਪਤਨੀ ਸੀ, ਜਿਹੜੇ ਦੇਖਣ ਨੂੰ ਧਰਮ ਕਰਮ ਦੀਆਂ ਗੱਲਾਂ ਕਰਦੇ ਨੇ, ਪੋਥੀਆਂ ਵਾਚਦੇ ਨੇ, ਪਰ ਉਹ ਉਸ ਗਰੀਬ ਦੀ ਸਹਾਇਤਾ ਨਹੀਂ ਕਰ ਸਕੇ। ਅੰਤ ਦੇ ਵਿੱਚ ਉਹੀ ਪੈਸੇ ਕਿਤੇ ਹੋਰ ਦੇਣ ਲਈ ਤਿਆਰ ਹੋ ਜਾਂਦੇ ਨੇ, ਪਰ ਉਹ ਸਾਰਾ ਦੁਪਹਿਰਾ ਰਿਕਸ਼ੇ ਵਾਲਾ ਉੱਥੇ ਉਹਨਾਂ ਦਾ ਇੰਤਜ਼ਾਰ ਦੇ ਲਈ ਖੜ੍ਹਾ ਰਹਿੰਦਾ ਅਤੇ ਅੰਤ ਦੇ ਵਿੱਚ ਚਲਿਆ ਜਾਂਦਾ। ਤਾਂ ਇਸ ਕਹਾਣੀ ਦੇ ਵਿੱਚ ਮਾੜਾ ਬੰਦਾ ਉਸ ਪਤੀ ਪਤਨੀ ਨੂੰ ਹੀ ਸਮਝਿਆ ਜਾ ਸਕਦਾ ਹੈ, ਜਿਨ੍ਹਾਂ ਨੇ ਉਸ ਗਰੀਬ ਨੂੰ 3 ਰੁਪਏ ਨੇ ਜਿਹੜੇ ਉਹ ਨਹੀਂ ਦਿੱਤੇ। ਥੈਂਕ ਯੂ।